सो वेल आज दा टॉपिक जो है जो अपन डिस्कस करांगे दैट इज अ पर्सनस ट्रू कॉलिंग। ਦਿਕਸ਼ਾਂਤੀ ਜਿਹੜੇ ਟਰੂ ਕਾਲਿੰਗ ਆ ਉਹਨੂੰ ਕਈ ਵਾਰੀ ਸੇ ਪਰਪਸ ਕਹਿ ਦਿੰਦੇ ਆ ਵਾਟ ਵੀ ਸ਼ੁੱਡ ਬੀ ਡੂਇੰਗ ਇਨ ਲਾਈਫ। ਇੱਕ ਸਾਨੂੰ ਸਟਲ ਮੈਸੇਜ ਆਉਂਦਾ ਰਹਿੰਦਾ ਬਚਪਨ ਤੋਂ ਅਸੀਂ ਸਾਡੇ ਚਾਹਤ ਹੁੰਦੀ ਹੈ ਫਿਰ ਅਸੀਂ ਵੱਡੇ ਹੋ ਕੇ ਆ ਬਣਨਾ ਅਨਲੈਸ ਅਸੀਂ ਉਹਨੂੰ ਨਿਗੇਟ ਕਰਦੀ ਹੈ ਫਿਰ ਹੋਣਾ ਹੀ ਨਹੀਂ ਹੈ ਹੋ ਹੀ ਨਹੀਂ ਸਕਦਾ ਸਿਚੁਏਸ਼ਨ ਕਰਕੇ ਜਾਂ ਇਨਵਾਇਰਮੈਂਟ ਕਰਕੇ ਜਾਂ ਲਾਈਕ ਸਪੋਰਟ ਨਹੀਂ ਹੈ ਤਾਂ ਅਸੀਂ ਉਹਨੂੰ ਨਿਗੇਟ ਕਰ ਦਿੰਦੇ ਹਾਂ। ਤੇ ਜੇ ਫੀਅਰ ਪੈਸਾ ਫੇਲੀਅਰ ਬਾਕੀ ਸਾਰੇ ਨੈਗੇਟਿਵ ਇਮੋਸ਼ਨਸ ਵੀ ਆਪਾਂ ਇਨਕਲੂਡ ਕਰੀਏ ਜੇ ਉਹ ਇਸ਼ੂ ਨਾ ਹੁੰਦੇ ਤੁਹਾਨੂੰ ਕੀ ਲੱਗਦਾ ਤੁਹਾਡਾ ਪਰਪਸ ਕੀ ਹੁੰਦਾ? ਫੀਅਰ ਵਰਗੀ ਗੱਲ ਨਹੀਂ ਰਹਿੰਦੀ ਜਦੋਂ ਤੁਸੀਂ ਰੂਹਾਨੀਅਤ ਹੈ ਰੂਹ ਤੋਂ ਕੰਮ ਕਰ ਰਹੇ ਨਾ। ਰੂਹਾਨੀਅਤ ਕੀ ਹੈ? ਰੂਹ ਦੀ ਅਸਲੀਅਤ ਤੁਸੀਂ ਪਛਾਣਦੇ ਆ ਐਂਡ ਜੇ ਤੁਸੀਂ ਆਪਣੀ ਟਰੂ ਕਾਲਿੰਗ ਦੀ ਗੱਲ ਹੋ ਰਹੀ ਹੈ ਨਾ ਉਹਦੇ ਨਾਲ ਇੱਕ ਆ ਫਿਰ ਉਹ ਫੀਅਰ ਨਹੀਂ ਰਹਿੰਦਾ ਕਿਉਂਕਿ ਫੀਅਰ ਇਜ਼ ਈਗੋ ਬੇਸਡ। ਜੇ ਤੁਸੀਂ ਤੁਹਾਨੂੰ ਡਰ ਨਹੀਂ ਆਪਰੇਟ ਕਰ ਰਿਹਾ ਨਾ ਫੀਅਰ ਐਂਡ ਗਰੀਡ ਨਹੀਂ ਆਪਰੇਟ ਕਰ ਰਿਹਾ ਫਿਰ ਤੁਸੀਂ ਆਪਣੇ ਟਰੂ ਕਾਲਿੰਗ ਦੇ ਬਹੁਤ ਕਲੋਸ ਆ ਜਾਂ ਔਨ ਦ ਵੇ ਦਾ ਐਂਡ ਐਕਚੁਅਲੀ ਐਵਰੀ ਮੋਮੈਂਟ ਜਦੋਂ ਤੁਸੀਂ ਈਗੋ ਤੋਂ ਬਾਹਰ ਆ that is your true calling। ਕਿਸੇ ਇਨਸਾਨ ਦੀ ਲਾਈਫ ਵਿੱਚ ਇੰਨੀ ਰੈਜ਼ਿਸਟੈਂਸ ਆ ਜਾਏ ਕਿ ਉਹ ਇਨਸਾਨ ਆਪਣੀ ਟਰੂ ਕਾਲਿੰਗ ਜਾਂ ਪੈਸ਼ਨ ਜਾਂ ਆਪਣੇ ਸੱਚ ਨੂੰ ਜੀ ਨਹੀਂ ਪਾਇਆ ਜਾਂ ਉਸਨੂੰ ਪਰਸੂ ਹੀ ਨਹੀਂ ਕਰ ਪਾਇਆ। ਐਜੂਕੇਟਿਡ ਪੀਪਲ ਫॉर ਐਗਜ਼ਾਮਪਲ ਇੱਥੇ ਇੰਡੀਆ ਤੋਂ ਮੂਵ ਹੁੰਦੇ ਆ ਕੈਨੇਡਾ ਨੂੰ ਵੈਰੀ ਹਾਈਲੀ ਐਜੂਕੇਟਿਡ ਪੀਪਲ ਐਂਡ ਉਹਨਾਂ ਨੇ ਇੱਕ ਪ੍ਰੋਫੈਸ਼ਨ ਚੂਜ਼ ਕੀਤਾ ਇੰਡੀਆ 'ਚ ਫॉर ਐਜੂਕੇਟਿੰਗ ਲਾਈਕ ਡਾਕਟਰ ਜਾਂ ਲਾਇਰ ਜਾਂ ਇੰਜੀਨੀਅਰ ਜਾਂ ਜੋ ਵੀ ਹੈ ਤਾਂ ਇੱਥੇ ਸਰਕਮਸਟੈਂਸਿਸ ਇੱਦਾਂ ਦੇ ਹੋ ਜਾਂਦੇ ਆ ਫਿਰ ਮੁੜ ਕੇ ਸਕੂਲ ਨਹੀਂ ਜਾ ਹੁੰਦਾ ਇਟਸ ਐਕਸਪੈਂਸਿਵ। ਹੈਲੋ एवरीवन ਐਂਡ ਤੁਹਾਡਾ ਸਭ ਦਾ ਸਵਾਗਤ ਹੈ ਇਵੋਲਵ ਇਨਟੂ ਵਨਨੈਸ ਸਪਿਰਿਚੁਅਲਿਟੀ ਮੇਡ ਈਜ਼ੀ। ਅੱਜ ਸਾਡੇ ਗੈਸਟ ਇੱਥੇ ਹੈਗੇ ਆ ਸੁਖੀ ਮਾਲ ਜੀ। ਵੈਲਕਮ ਸੁਖੀ ਜੀ। ਥੈਂਕ ਯੂ। ਵੈਲ ਇੱਕ ਸਵਾਲ ਸੀ ਜੋ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਸੀਗਾ ਵਿਚ ਇਜ਼ ਕਿ ਇੱਕ ਇਨਸਾਨ ਦੀ ਟਰੂ ਕਾਲਿੰਗ ਇੱਕ ਇਨਸਾਨ ਦੀ ਬੁਲਾਹਟ ਜੋ ਉਹਦੀ ਡਰਾਈਵਿੰਗ ਫੋਰਸ ਹੁੰਦੀ ਹੈ। ਵੈਲ ਆਈ ਹੋਪ ਕਿ ਸੁਖੀ ਜੀ ਦੇ ਜੋ ਆਨਸਰਸ ਹੋਣਗੇ ਸਾਨੂੰ ਕਾਫੀ ਕਲੈਰੀਫਿਕੇਸ਼ਨ ਦੇ ਪਾਉਣ। ਸੁਖੀ ਜੀ ਮੇਰਾ ਪਹਿਲਾ ਸਵਾਲ ਇਹ ਹੈਗਾ ਕਿ ਇਹੀ ਪਾਥ ਹੈ ਤੁਸੀਂ ਦੱਸ ਸਕਦੇ ਹੋ ਕਿ ਉਹ ਕੀ ਮੂਮੈਂਟ ਸੀ ਕੈਨ ਯੂ ਰੀਕਾਲ ਅ ਮੂਮੈਂਟ ਜਿਹਨੇ ਤੁਹਾਨੂੰ ਮੇਰਾ ਇੰਡੀਵਿਜੂਅਲ ਪਾਥ ਹੈ ਯੂ ਆਰ ਇਨ ਦਿਸ ਸਟੇਟ ਆਫ ਫਲੋ ਤੇ ਉਸ ਚੀਜ਼ ਨੇ ਤੁਹਾਨੂੰ ਕਿੱਦਾਂ ਫੀਲ ਕਰਵਾਇਆ? ਦਿਕਸ਼ਾਂਤੀ ਜਿਹੜੇ ਟਰੂ ਕਾਲਿੰਗ ਆ ਉਹਨੂੰ ਕਈ ਵਾਰੀ ਸੇ ਪਰਪਸ ਕਹਿ ਦਿੰਦੇ ਆ ਵਾਟ ਵੀ ਸ਼ੁੱਡ ਬੀ ਡੂਇੰਗ ਇਨ ਲਾਈਫ। ਇੱਕ ਸਾਨੂੰ ਸਟਲ ਮੈਸੇਜ ਆਉਂਦਾ ਰਹਿੰਦਾ ਬਚਪਨ ਤੋਂ ਅਸੀਂ ਸਾਡੇ ਚਾਹਤ ਹੁੰਦੀ ਹੈ ਫਿਰ ਅਸੀਂ ਵੱਡੇ ਹੋ ਕੇ ਆ ਬਣਨਾ ਰਾਈਟ ਜੇ ਐਨ ਉਹ ਕੰਸਿਸਟੈਂਟਲੀ ਸਾਡੇ ਅੰਦਰ ਹੁੰਦੀ ਹੈ ਅਨਟਲ ਅਨਲੈਸ ਅਸੀਂ ਉਹਨੂੰ ਨਿਗੇਟ ਕਰਦੀ ਹੈ ਫਿਰ ਹੋਣਾ ਹੀ ਨਹੀਂ ਹੈ ਹੋ ਹੀ ਨਹੀਂ ਸਕਦਾ ਸਿਚੁਏਸ਼ਨ ਕਰਕੇ ਜਾਂ ਇਨਵਾਇਰਮੈਂਟ ਕਰਕੇ ਜਾਂ ਲਾਈਕ ਸਪੋਰਟ ਨਹੀਂ ਹੈ ਤਾਂ ਅਸੀਂ ਉਹਨੂੰ ਨਿਗੇਟ ਕਰ ਦਿੰਦੇ ਹਾਂ। ਬਟ ਜੇ ਉਹ ਸਟਲ ਵੋਇਸ ਫੋਰ ਐਗਜ਼ਾਮਪਲ ਮੇਰਾ ਬੇਟਾ ਆਈ ਆਲਵੇਜ਼ ਵਾਂਟਡ ਟੂ ਬੀ ਅ ਲਾਇਰ ਉਹਨੂੰ ਸੀਗਾ ਛੋਟੇ ਹੁੰਦੇ ਤੋਂ ਆਈ ਵਾਂਟ ਟੂ ਬੀ ਅ ਲਾਇਰ ਐਂਡ ਦੈਟ ਨੈਵਰ ਚੇਂਜਡ ਬਟ ਸਾਡੀ ਸਰਕਮਸਟੈਂਸਿਸ ਥੋੜ੍ਹੇ ਜਿਹੇ ਡਿਫਿਕਲਟ ਸੀਗੇ and even I try to say okay why kuch hor dekh la if you want to do something else or this and that ਪਰ ਉਹਦੀ ਉਹ ਡਿਜ਼ਾਇਰ ਨਹੀਂ ਚੇਂਜ ਹੋਈ ਉਹਦੀ ਟਰੂ ਕਾਲਿੰਗ ਜਿਹੜੀ ਕਰਦੇ ਵੋਕੇਸ਼ਨ ਵਾਈਜ਼ ਜੌਬ ਵਾਈਜ਼ ਹੈ ਨਾ ਜਿਹੜੇ ਅਸੀਂ we give to the world ਉਹ ਚੇਂਜ ਨਹੀਂ ਸੀ ਹੋ ਰਹੀ and eventually he found a way to get into law school and pass ਕਰ ਲਿਆ ਸੋ ਟਰੂ ਕਾਲਿੰਗ ਕਿੱਦਾਂ ਆਈਡੈਂਟੀਫਾਈ ਕਰਦੇ ਇੱਕ ਸਟਲ ਵੋਇਸ ਸਾਡੇ ਅੰਦਰ ਹੁੰਦੀ ਹੈ ਇਹਨੂੰ ਬਚਪਨ ਤੋਂ ਹੁੰਦੀ ਹੈ that this is what I want to do ਜੀ and it's not greed ਉਹ greed ਨਹੀਂ ਹੈ ਉਹ ਲਾਲਚ ਨਹੀਂ ਹੈ ਉਹ ਈਵਨ ਇਹ ਨਹੀਂ ਸ਼ੋ ਆਫ ਵੀ ਨਹੀਂ ਹੈ it's almost like ਮੇਰਾ ਗਿਫਟ ਹੈ ਵਰਲਡ ਨੂੰ ਦੇਣ ਨੂੰ ਜੀ ਉਹ ਆਪਾਂ ਪਛਾਣ ਲਈਏ ਪਹਿਲਾਂ ਉਹ ਸੁਣੀਏ ਉਹ ਸਟਲ ਵੋਇਸ ਉਹ ਆਪਾਂ ਪਛਾਣ ਲਈਏ ਐਂਡ ਹਾਊ ਵੀ ਨੋ ਦਿਸ ਇਜ਼ ਮਾਈ ਟਰੂ ਕਾਲਿੰਗ ਵੀ ਕਈ ਵਾਰੀ ਚੇਂਜ ਹੋ ਜਾਂਦੀ ਲਾਈਫ ਐਕਸਪੀਰੀਅੰਸ ਦੇ ਮੁਤਾਬਿਕ ਬਟ am I giving this to the world or am I wanting to take from the world? ਮੈਂ ਇਹ ਗਿਫਟ ਦੁਨੀਆ ਨੂੰ ਦੇ ਰਿਹਾ ਮੇਰੇ ਜਿਹੜੇ ਅੰਦਰੋਂ ਇਹ ਗਿਫਟ ਆ ਦੁਨੀਆ ਲਈ ਆ ਜਾਂ ਮੈਂ ਦੁਨੀਆ ਤੋਂ ਲੈਣਾ ਚਾਹੁੰਦਾ ਹਾਂ। If it's I want to give to the world ਇਹ ਕਰਕੇ ਇਹ ਗਿਫਟ ਆਫ ਸਰਵਿਸ to the world that's your true calling. ਰਾਈਟ ਤੇ ਜੇ ਫੀਅਰ ਪੈਸਾ ਫੇਲੀਅਰ
ਬਾਕੀ ਸਾਰੇ ਨੈਗੇਟਿਵ ਇਮੋਸ਼ਨਸ ਵੀ ਆਪਾਂ ਇਨਕਲੂਡ ਕਰੀਏ, ਜੇ ਉਹ ਇਸ਼ੂ ਨਾ ਹੁੰਦੇ ਤੁਹਾਨੂੰ ਕੀ ਲੱਗਦਾ ਤੁਹਾਡਾ ਪਰਪਸ ਕੀ ਹੁੰਦਾ? ਅਗੇਨ ਦੀਕਸ਼ਾਂਤ ਜੀ, ਜੇ ਤੁਸੀਂ ਹੁਣ ਮੈਨੂੰ 20 ਸਾਲ ਪਹਿਲਾਂ ਪੁੱਛਦੇ, ਆਈ ਵੁੱਡ ਸੇ ਰੂਹਾਨੀਅਤ ਸਿਖਾਉਂਦੇ ਹੁੰਦੇ, ਲੋਕਾਂ ਨੂੰ ਆਪਣੇ ਆਪ ਨੂੰ ਦੀ ਪਛਾਣ ਦੱਸਦੇ ਐਂਡ ਆਪਣੇ ਆਪ ਨੂੰ ਮਿਲਾਉਂਦੇ। ਪਰ ਹੁਣ ਫੀਰ ਵਰਗੀ ਗੱਲ ਨਹੀਂ ਰਹਿੰਦੀ ਜਦੋਂ ਤੁਸੀਂ ਰੂਹਾਨੀਅਤ ਹੈ, ਰੂਹ ਤੋਂ ਕੰਮ ਕਰ ਰਹੇ ਨਾ। ਰੂਹਾਨੀਅਤ ਕੀ ਹੈ? ਰੂਹ ਦੀ ਅਸਲੀਅਤ ਤੁਸੀਂ ਪਛਾਣਦੇ ਆ, ਐਂਡ ਤੁਸੀਂ ਆਪਣੀ ਟਰੂ ਕਾਲਿੰਗ ਦੀ ਗੱਲ ਹੋ ਰਹੀ ਹੈ ਨਾ, ਉਹਦੇ ਨਾਲ ਇੱਕ ਕਿਆ ਫਿਰ ਉਹ ਫੀਰ ਨਹੀਂ ਰਹਿੰਦਾ, ਕਿਉਂਕਿ ਫੀਰ ਇਜ਼ ਈਗੋ ਬੇਸਡ ਜੀ। ਫੀਰ ਇੱਕ ਡਰ ਹੈ ਨਾ, ਉਹ ਈਗੋ ਬੇਸਡ ਆ। ਜਦੋਂ ਈਗੋ ਬੇਸਡ ਆ ਫਿਰ ਅਸੀਂ ਰਿਸਟ੍ਰਿਕਸ਼ਨ 'ਚ ਆ। ਜਦੋਂ ਅਸੀਂ ਆਪਣੇ ਡਰ ਤੋਂ ਬਾਹਰ ਆ ਜਾਂਦੇ ਹਾਂ, ਸਾਨੂੰ ਪਤਾ ਸਮਥਿੰਗ ਬਿਗਰ ਸਾਡੇ ਈਗੋ ਨਾਲੋਂ ਸਾਨੂੰ ਚਲਾ ਰਹੇ ਆ, ਫਿਰ ਤੁਸੀਂ ਜੋ ਤੁਸੀਂ ਰਾਈਟ ਨਾਓ ਕਰ ਰਹੇ ਆ ਉਹੀ ਤੁਹਾਨੂੰ ਕਰਨਾ ਚਾਹੀਦਾ ਜੀ। ਬਿਲਕੁਲ। ਜੇ ਤੁਹਾਨੂੰ ਡਰ ਨਹੀਂ ਆਪਰੇਟ ਕਰ ਰਿਹਾ ਨਾ, ਫੀਅਰ ਐਂਡ ਗਰੀਡ ਨਹੀਂ ਆਪਰੇਟ ਕਰ ਰਿਹਾ, ਫਿਰ ਤੁਸੀਂ ਆਪਣੇ ਟਰੂ ਕਾਲਿੰਗ ਦੇ ਬਹੁਤ ਕਲੋਸ ਆ ਜਾਂ ਔਨ ਦ ਵੇ ਦਾ। ਐਂਡ ਐਕਚੁਅਲੀ ਐਵਰੀ ਮੋਮੈਂਟ ਜਦੋਂ ਤੁਸੀਂ ਈਗੋ ਤੋਂ ਬਾਹਰ ਆ, ਦੈਟ ਇਜ਼ ਯਰ ਟਰੂ ਕਾਲਿੰਗ। ਇਹ ਐਂਡ ਰਿਜ਼ਲਟ ਨਹੀਂ ਹੈ, ਇਹ ਪ੍ਰੋਸੈਸ ਹੈ ਅਨਰੈਵਲਿੰਗ ਐਜ਼ ਡੇ ਟੂ ਡੇ ਗੋ। ਆਈ ਥਿੰਕ ਇੱਕ ਬਹੁਤ ਵੱਡੀ ਫੈਲਸੀ ਹੈ, ਫਿਰ ਇੱਕ ਐਂਡ ਰਿਜ਼ਲਟ ਹੋਣੀ ਚਾਹੀਦੀ ਹੈ ਉਹ ਟਰੂ ਕਾਲਿੰਗ ਦੀ। ਐਵਰੀ ਮੋਮੈਂਟ ਇਜ਼ ਅ ਟਰੂ ਕਾਲਿੰਗ ਜੇ ਅਸੀਂ ਈਗੋ ਤੋਂ ਬਾਹਰ ਆ। ਕੀ ਬਾਤ ਹੈ। ਸੁਖੀ ਜੀ, ਤੁਸੀਂ ਇਹ ਦੱਸ ਸਕਦੇ ਹੋ ਕਿ ਕਿਸੇ ਇਨਸਾਨ ਦੀ ਲਾਈਫ ਵਿੱਚ ਇੰਨੀ ਰੈਜ਼ਿਸਟੈਂਸ ਆ ਜਾਏ ਕਿ ਉਹ ਇਨਸਾਨ ਆਪਣੀ ਟਰੂ ਕਾਲਿੰਗ ਜਾਂ ਪੈਸ਼ਨ ਜਾਂ ਆਪਣੇ ਸੱਚ ਨੂੰ ਜੀ ਨਹੀਂ ਪਾਇਆ ਜਾਂ ਉਸਨੂੰ ਪਰਸੂ ਹੀ ਨਹੀਂ ਕਰ ਪਾਇਆ, ਇਹ ਚੀਜ਼ ਪੋਸੀਬਲ ਹੈ? ਜਾਂ ਫਿਰ ਜੇ ਉਹ ਇਨਸਾਨ ਨਹੀਂ ਪਰਸੂ ਕਰ ਪਾਇਆ, ਕਿਆ ਉਹੀ ਉਸ ਇਨਸਾਨ ਦੀ ਟਰੂ ਕਾਲਿੰਗ ਸੀ ਜਾਂ ਫੇਟ ਸੀ? ਕਿਆ ਟੇਕ ਹੈ ਤੁਹਾਡਾ ਇਸ 'ਤੇ? ਯੂ ਕੈਨ ਸੇ ਸਿਚੁਏਸ਼ਨਸ ਆ ਜਾਂਦੇ ਆ ਬਹੁਤ। ਅਸੀਂ ਦੇਖਿਆ ਸਿਚੁਏਸ਼ਨਸ ਜਿੱਧਰ ਆਈ ਮੀਨ ਐਜੂਕੇਟਿਡ ਪੀਪਲ, ਫॉर ਐਗਜ਼ਾਮਪਲ ਇੱਥੇ ਇੰਡੀਆ ਤੋਂ ਮੂਵ ਹੁੰਦੇ ਆ ਕੈਨੇਡਾ ਨੂੰ, ਵੈਰੀ ਹਾਈਲੀ ਐਜੂਕੇਟਿਡ ਪੀਪਲ, ਐਂਡ ਉਹਨਾਂ ਨੇ ਇੱਕ ਪ੍ਰੋਫੈਸ਼ਨ ਚੂਜ਼ ਕੀਤਾ ਇੰਡੀਆ 'ਚ ਫॉर ਐਜੂਕੇਟਿੰਗ, ਲਾਈਕ ਡਾਕਟਰ ਜਾਂ ਲਾਇਰ ਜਾਂ ਇੰਜੀਨੀਅਰ ਜਾਂ ਜੋ ਵੀ ਹੈ। ਤਾਂ ਇੱਥੇ ਸਰਕਮਸਟੈਂਸਿਸ ਇੱਦਾਂ ਦੇ ਹੋ ਜਾਂਦੇ ਆ, ਫਿਰ ਮੁੜ ਕੇ ਸਕੂਲ ਨਹੀਂ ਜਾ ਹੁੰਦਾ, ਇਟਸ ਐਕਸਪੈਂਸਿਵ ਜੀ। ਜਾਂ ਫੈਮਿਲੀ ਹੋ ਗਈ ਜਾਂ ਬੱਚਾ ਹੋ ਗਿਆ ਤਾਂ ਪ੍ਰਾਇਓਰਿਟੀਜ਼ ਚੇਂਜ ਹੋ ਜਾਂਦੇ ਆ। ਦੈਨ ਦੇ ਹੈਵ ਟੂ ਸਾਡੇ ਆਪਣੇ ਨੋਨ ਹੈ ਉਹ ਟੈਕਸੀ ਡਰਾਈਵ ਕਰ ਰਹੇ ਆ ਮਾਸਟਰਸ ਕਰਕੇ in India, ਤਾਂ ਇੱਥੇ ਹਾਲਾਤ ਬਦਲ ਗਏ, ਫੈਮਿਲੀ ਰਿਸਪੋਂਸਿਬਿਲਿਟੀਜ਼ ਪੈ ਗਈ, ਤਾਂ ਇਨਕਮ ਚਾਹੀਦੀ ਸੀਗੀ। ਬਟ ਆਈ ਥਿੰਕ ਫੇਟ ਕਹਿ ਲਓ ਇਹਨੂੰ, ਇਟ ਇਜ਼ ਫੇਟ, ਬਟ ਇੱਕ ਸਪਰੈਸ਼ਨ ਜਿਹੀ ਹੋ ਜਾਂਦੀ ਹੈ ਸਾਡੇ ਲਾਈਕ ਇਨਰ ਐਨਰਜੀ 'ਤੇ, ਵੇ ਆਲਮੋਸਟ ਜੇ ਅਸੀਂ ਸਫੋਕੇਟ ਹੋ ਰਹੇ, ਜੇ ਆਪਾਂ ਟੈਕਸੀ ਡਰਾਈਵ ਕਰ ਰਹੇ ਵੇ ਹੈਪੀ, ਦੈਨ ਦੈਟਸ ਯੋਰ ਕਾਲਿੰਗ ਫॉर दैट टाइम। ਚੇਂਜ ਹੋ ਗਿਆ ਨਾ, ਜਿਹੜਾ ਸਾਡਾ ਮਾਈਂਡ ਕਹਿ ਰਿਹਾ ਸੀਗਾ ਨਾ ਉਹ ਜੋ ਅਸੀਂ ਕਰ ਰਹੇ ਹਾਂ, ਬਟ ਅਸੀਂ ਖੁਸ਼ ਹਾਂ। ਬਟ ਜੇ ਅਸੀਂ ਖੁਸ਼ ਨਹੀਂ ਹੈ, ਡਰਾਈਵਿੰਗ ਦੈਟ ਟੈਕਸੀ, ਆਪਣੇ ਆਪ ਨੂੰ ਸਮਝੌਤਾ ਜਿਹਾ ਕਰ ਰਹੇ ਹਾਂ, ਦੈਟਸ ਨਾਟ ਅ ਕਾਲਿੰਗ, ਦੈਟਸ ਅ ਸਮਝੌਤਾ। ਇਹ ਤੁਸੀਂ ਕਹਿ ਸਕਦੇ ਫੇਟ ਜਾਂ ਕਰਮਾ ਜੀ। ਥੈਂਕ ਯੂ एवरीवन ਫॉर कमिंग फॉर द पॉडकास्ट, एंड आई रियली होप कि ਅੱਜ ਕਾफ़ी क्लैरिटी मिली होएगी इन टर्म्स ऑफ कि एक इंसान की ट्रू कॉलिंग काफ़ी इंपेरेटिव है टू अ पर्सनस लाइफ फंक्शन, एंड सेल्फ डिस्कवरी, सेल्फ अवेयरनेस इज़ just as prominent as a person's true calling. Thank you for watching.